हाँ जी स्टूडेंट्स, हुण आपां करांगे बच्चे डिसीज़ एंड इट्स कॉजेज़। वट डज़ डिसीज़ लुक लाइक, किद्दां दी हुंदी है, किद्दां देखण नूं डिसीज़ आपां कह सकदे हां भी हाँ इस परसन नूं ਇਹ वाली डिसीज़ है। ਉਹਦੇ सिम्पटम्स ਤੋਂ है ना रीड करते हैं की लिखा ਇਹਦੇ ਵਿੱਚ। Let us now think a little more about diseases. In the first place, how do we know that there is a disease? In other words, how do we know that there is something wrong with the body? ਸਾਨੂੰ ਪਤਾ ਕਿੱਦਾਂ ਲੱਗੂਗਾ ਕਿ ਸਾਡੀ ਬੋਡੀ ਦੇ ਵਿੱਚ ਕੁਝ ਗਲਤ ਸਿੰਪਟਮਸ ਜਾਂ ਕੁਝ ਗਲਤ ਹੋ ਰਿਹਾ, ਠੀਕ ਹੈ। There are many tissues in the body as we have seen in chapter 6. These tissues make up a physiological system or organ systems that carry out body functions. ਆਪਣੀ ਬੋਡੀ ਦੇ ਵਿੱਚ ਡਿਫਰੈਂਟ ਪ੍ਰਕਾਰ ਦੇ ਟਿਸ਼ੂਜ਼ ਨੇ, ਹੈ ਨਾ, ਤੁਸੀਂ ਪੜ੍ਹਿਆ ਹੋਊਗਾ ਚੈਪਟਰ 6 ਦੇ ਵਿੱਚ। ਅਤੇ ਇਹ ਟਿਸ਼ੂਜ਼ ਕੀ ਕਰਦੇ ਨੇ, ਆਪੋ ਆਪਣਾ ਸਿਸਟਮ ਮੇਨਟੇਨ ਕਰਦੇ ਨੇ ਅਤੇ ਜਿਹਦੇ ਕਰਕੇ ਆਪਣੀ ਬੋਡੀ ਜਿਹੜੀ ਹੈ ਫੰਕਸ਼ਨ ਕਰਦੀ ਹੈ। ਸੋ ਦਾ ਡਾਈਜੈਸਟਿਵ ਸਿਸਟਮ ਹੈਜ਼ ਸਟਮਕ ਐਂਡ ਇੰਟੈਸਟਾਈਨਸ ਐਂਡ ਇਟ ਹੈਲਪਸ ਟੂ ਡਾਈਜੈਸਟ ਫੂਡ ਟੇਕਨ ਇਨ ਫਰੋਮ ਆਊਟਸਾਈਡ ਦ ਬੋਡੀ। ਆਪਣਾ ਡਾਈਜੈਸਟਿਵ ਸਿਸਟਮ ਕੀ ਹੈਗਾ, ਆਪਾਂ ਜਿਹੜਾ ਖਾਣਾ ਬਾਹਰੋਂ ਕੰਜ਼ਿਊਮ ਕਰਦੇ ਹਾਂ, ਠੀਕ ਹੈ। ਮੰਨ ਲਓ ਆਪਾਂ ਆਪਣੀ ਬੋਡੀ ਤਾਂ ਨਹੀਂ ਜਨਰੇਟ ਕਰਦੀ ਫੂਡ, ਆਪਾਂ ਬਾਹਰੋਂ ਮਤਲਬ ਐਕਸਟਰਨਲ ਫੂਡ ਆਪਾਂ ਈਟ ਕਰਦੇ ਹਾਂ, ਜੋ ਵੀ ਚੀਜ਼ ਹੈ ਨਾ ਐਕਸਟਰਨਲ ਸਿਸਟਮ ਹੈ ਜੋ ਕਿ ਆਪਣੀ ਬੋਡੀ ਤੋਂ ਵੱਖ ਹੈ ਚੀਜ਼, ਉਹਨੂੰ ਡਾਈਜੈਸਟ ਕਰਨ ਦੇ ਵਿੱਚ ਆਪਣਾ ਜਿਹੜਾ ਡਾਈਜੈਸਟਿਵ ਸਿਸਟਮ ਹੈ ਉਹ ਇਸ ਦੀ ਹੈਲਪ ਕਰਦਾ। ਦਾ ਮਸਕੋਸਕੈਲੇਟਲ ਸਿਸਟਮ ਵਿਚ ਇਜ਼ ਮੇਡ ਅਪ ਆਫ ਬੋਨਸ ਐਂਡ ਮਸਲਸ ਹੋਲਡਸ ਦਾ ਬੋਡੀ ਪਾਰਟਸ ਟੂਗੈਦਰ ਐਂਡ ਹੈਲਪਸ ਦਾ ਬੋਡੀ ਮੂਵ। ਆਪਣਾ ਜਿਹੜਾ ਸਕੈਲੇਟਲ ਸਿਸਟਮ ਹੈ, ਠੀਕ ਹੈ, ਜਿਹੜਾ ਮਤਲਬ ਕਿ ਆਪਣੀਆਂ ਹੱਡੀਆਂ ਨੇ, ਆਪਣੀਆਂ ਬੋਨਸ ਨੇ, ਠੀਕ ਹੈ, ਆਪਣੇ ਮਸਲਸ ਨੇ, ਇਹਦੇ ਮਤਲਬ ਬਲਬੂਤੇ 'ਤੇ ਆਪਣਾ ਸਰੀਰ ਜਿਹੜਾ ਟਿਕਿਆ ਹੋਇਆ ਹੈ, ਮਤਲਬ ਕਿ ਖੜ੍ਹਾ ਹੈ, ਠੀਕ ਹੈ। ਇਹ ਕੀ ਕਰਦਾ, ਸਾਰੀ ਬੋਡੀ ਨੂੰ ਹੋਲਡ ਕਰਦਾ, ਮਤਲਬ ਇਕੱਠੇ ਹੋਲਡ ਕਰਕੇ ਰੱਖਦਾ, ਤਾਂ ਹੀ ਆਪਣੀ ਬੋਡੀ ਜਿਹੜੀ ਹੈ ਸਟੈਂਡ ਕਰ ਸਕਦੀ ਹੈ ਅਤੇ ਮੂਵ ਕਰ ਸਕਦੀ ਹੈ। When there is a disease, either the functioning of one or more system of the body will change for the worse. ਜਦੋਂ ਵੀ ਡਿਸੀਜ਼ ਹੋਊਗਾ, ਠੀਕ ਹੈ, ਫੰਕਸ਼ਨਿੰਗ ਇੱਕ ਜਾਂ ਕਿਸੇ ਜ਼ਿਆਦਾ ਸਿਸਟਮ ਦੀ, ਕਿਸੇ ਡਾਈਜੈਸਟਿਵ ਸਿਸਟਮ ਦੀ ਹੋ ਸਕਦੀ ਹੈ, ਜਾਂ ਮੰਨ ਲਓ ਕਹ ਲਓ ਮਸਕੋਸਕੈਲੇਟਲ ਸਿਸਟਮ, ਕਿਸੇ ਮਸਲ ਦੇ ਵਿੱਚ ਸਟ੍ਰੇਨ ਆ ਸਕਦਾ, ਠੀਕ ਹੈ। ਕਿਸੇ ਵੀ ਤਰੀਕੇ ਨਾਲ ਕੋਈ ਇੱਕ ਸਿਸਟਮ ਕੰਮ ਕਰਨਾ ਛੱਡ ਸਕਦਾ ਹੈ, ਰੁਕ ਸਕਦਾ, ਜਾਂ ਉਹਦੀ ਫੰਕਸ਼ਨਿੰਗ ਦੇ ਵਿੱਚ ਕੋਈ ਪ੍ਰੋਬਲਮ ਆ ਸਕਦੀ ਹੈ, ਜਾਂ ਇੱਕ ਤੋਂ ਜ਼ਿਆਦਾ ਸਿਸਟਮਸ ਦੀ, ਠੀਕ ਹੈ। These changes give rise to symptoms and signs of disease. ਇਹਨਾਂ ਚੇਂਜਸ ਦੇ ਕਰਕੇ, ਠੀਕ ਹੈ, ਜਦੋਂ ਫੰਕਸ਼ਨਿੰਗ ਦੇ ਵਿੱਚ ਚੇਂਜ ਆਉਂਦਾ ਤਾਂ ਹੁੰਦਾ ਕੀ ਹੈ, ਜਿਹੜਾ ਛੋਟੇ ਛੋਟੇ ਸਿੰਪਟਮਸ ਰਾਈਜ਼ ਕਰਨਾ ਸਟਾਰਟ ਕਰ ਦਿੰਦੇ ਨੇ ਜਿਹੜੇ ਕਿ ਡਿਸੀਜ਼ ਦੀ ਨਿਸ਼ਾਨੀ ਨੇ। ਸਿੰਪਟਮਸ ਆਫ ਡਿਸੀਜ਼ ਆਰ ਦਾ ਥਿੰਗਸ ਵੀ ਫੀਲ ਐਜ਼ ਬੀਇੰਗ ਰੋਂਗ। ਸਿੰਪਟਮਸ ਕੀ ਨੇ, ਮਤਲਬ ਉਹ ਚੀਜ਼ਾਂ ਜਿਨ੍ਹਾਂ ਨੂੰ ਫੀਲ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਹਾਂ ਕੁਛ ਗਲਤ ਹੋ ਰਿਹਾ। ਸੋ ਵੀ ਹੈਵ ਅ ਹੈਡੇਕ ਐਂਡ ਵੀ ਹੈਵ ਅ ਕਫ, we have loose motions, we have a bound with pus. These are all symptoms. These indicate that there may be a disease. ਜੇ ਆਪਾਂ ਨੂੰ ਸਿਰ ਦਰਦ ਹੋਊਗਾ, ਕਫ ਹੋਊਗੀ, ਖੰਘ ਹੋਊਗੀ, ਠੀਕ ਹੈ, ਲੂਜ਼ ਮੋਸ਼ਨਸ ਹੋਣਗੇ, ਜਾਂ ਮਤਲਬ ਇੱਕ ਆਪਣੀ ਸੱਟ ਹੈ ਜਿਹੜੀ ਕਿ ਪੀਕ ਜਾਂ ਉਹਦੇ 'ਚ ਆਪਾਂ ਕੀ ਭਾਕ ਭਰੀ ਪਈ ਹੈ, ਠੀਕ ਹੈ, ਉੱਦਾਂ ਉਹ ਸਾਰੇ ਕੀ ਨੇ, ਸਿੰਪਟਮਸ ਨੇ ਕਿ ਕੁਛ ਨਾ ਕੁਛ ਆਪਣਾ ਮਤਲਬ ਕਿ ਡਿਸੀਜ਼ ਕੋਈ ਨਾ ਕੋਈ ਹੈਗੀ ਆਪਾਂ ਨੂੰ, ਠੀਕ ਹੈ। But they don't indicate what the disease is. For example, a headache may mean just examination stress, or very rarely it may mean meningitis or any one of a dozen different diseases. देखो ਇਹਦਾ ਮਤਲਬ ਇਹ ਹੈ ਵੀ ਆਪਾਂ ਨੂੰ ਪਤਾ ਚੱਲ ਜਾਂਦਾ ਵੀ ਕੋਈ ਡਿਸੀਜ਼ ਹੈਗੀ ਹੈ, ਪਰ ਇਹ ਨਹੀਂ ਪਤਾ ਚੱਲਦਾ ਵੀ ਕਿਹੜੀ ਡਿਸੀਜ਼ ਹੈ। ਹੁਣ ਜਿਵੇਂ ਇਹਨਾਂ ਨੇ ਫੋਰ ਐਗਜ਼ਾਮਪਲ ਦੱਸਿਆ ਹੈਗਾ ਵੀ ਮੈਨਿੰਗਟਿਸ ਹੋ ਸਕਦਾ, ਤੁਹਾਨੂੰ ਸਿਰ ਦਰਦ ਦਾ ਕੋਈ ਵੀ ਕਾਰਨ ਹੋ ਸਕਦਾ ਹੈ, ਠੀਕ ਹੈ, ਅਤੇ ਜਾਂ ਕਹਿ ਲਓ ਵੀ ਕਿਸੇ ਪੇਪਰ ਦਾ ਸਟਰੈਸ ਹੋ ਸਕਦਾ, ਜਾਂ ਹੋ ਸਕਦਾ ਤੁਸੀਂ ਸੁੱਤੇ ਨਾ ਹੋਵੋ ਸਾਰੀ ਰਾਤ, ਠੀਕ ਹੈ, ਜਿਹਦੀ ਵਜ੍ਹਾ ਕਰਕੇ ਤੁਹਾਡਾ ਜਿਹੜਾ ਸਿਰ ਦਰਦ ਕਰ ਰਿਹਾ, ਕੋਈ ਵੀ ਰੀਜ਼ਨ ਹੋ ਸਕਦਾ। ਆਪਾਂ ਨੂੰ ਮਤਲਬ ਕਿ ਸਾਇੰਸ ਤੋਂ ਪਤਾ ਲੱਗ ਜਾਂਦਾ ਵੀ ਡਿਸੀਜ਼ ਹੈ, ਪਰ ਇਹ ਨਹੀਂ ਪਤਾ ਲੱਗਦਾ ਵੀ ਕੀ ਚੀਜ਼ ਹੈ ਨਾ, ਸਿੰਪਟਮਸ ਤੋਂ। ਸਾਈਨਸ ਆਫ ਡਿਸੀਜ਼ ਆਰ ਵਟ ਫਿਜ਼ੀਸ਼ੀਅਨਸ ਵਿਲ ਲੁੱਕ ਫੋਰ ਔਨ ਦਾ ਬੇਸਿਸ ਆਫ ਦਾ ਸਿੰਪਟਮਸ। ਸਾਇੰਸ ਉਹ ਚੀਜ਼ ਨੇ ਜਿਹੜੇ ਡਾਕਟਰ ਦੇਖ ਕੇ ਦੱਸਣਗੇ, ਠੀਕ ਹੈ, ਡਾਕਟਰ ਤੁਹਾਡੇ ਸਿੰਪਟਮਸ ਦੇਖਣਗੇ ਵੀ ਅੱਛਾ ਇਹਨੂੰ ਇਹ ਤਕਲੀਫ ਆ ਰਹੀ ਹੈ, ਮਤਲਬ ਡਾਕਟਰਸ ਨੂੰ ਉਹਨੂੰ ਇਹ ਲੱਗੂਗਾ ਵੀ ਇਹ ਸਾਈਨ, ਅੱਛਾ ਇਹ ਵਾਲਾ ਸਾਈਨ ਹੈ, ਇਹ ਤੋਂ ਪਤਾ ਲੱਗੂਗਾ ਵੀ ਇਹਨੂੰ ਇਹ ਵਾਲੀ ਬਿਮਾਰੀ ਹੈ, ਠੀਕ ਹੈ। ਸਾਇੰਸ ਵਿਲ ਗਿਵ ਅ ਲਿਟਲ ਮੋਰ ਡੈਫੀਨਾਈਟ ਇੰਡੀਕੇਸ਼ਨ ਆਫ ਦਾ ਪ੍ਰੈਜੈਂਸ ਆਫ ਅ ਪਾਰਟੀਕੂਲਰ ਡਿਸੀਜ਼। ਸਾਇੰਸ ਥੋੜ੍ਹਾ ਜਿਹਾ ਜ਼ਿਆਦਾ ਇਨਫੋਰਮੇਸ਼ਨ ਦੇ ਦੇਣਗੇ, ਥੋੜ੍ਹੀ ਜ਼ਿਆਦਾ ਇੰਡੀਕੇਸ਼ਨ, ਇੱਕ ਪ੍ਰੋਪਰ ਇੰਡੀਕੇਸ਼ਨ ਡਾਕਟਰ ਨੂੰ ਮਿਲੂਗੀ ਵੀ ਹਾਂ ਪਾਰਟੀਕੂਲਰ ਕਿਹੜੀ ਡਿਸੀਜ਼ ਇਸ ਪਰਸਨ ਨੂੰ ਹੋਈ ਹੈ। ਫਿਜ਼ੀਸ਼ੀਅਨਸ ਵਿਲ ਆਲਸੋ ਗੈਟ ਲੈਬੋਰਟਰੀ ਟੈਸਟਸ ਡਨ ਟੂ ਪਿਨ ਪੁਆਇੰਟ ਔਨ ਦਾ ਡਿਸੀਜ਼ ਫਰਦਰ। ਫਿਰ ਫਿਜ਼ੀਸ਼ੀਅਨ ਜਿਹੜਾ ਹੋਊਗਾ ਪਹਿਲਾਂ ਤਾਂ ਜੱਜ ਕਰਨ ਦੀ ਕੋਸ਼ਿਸ਼ ਕਰੂਗਾ
ਕਿ ਕਿਹੜਾ ਡਿਸੀਜ਼ ਹੈ ਇਸ ਪਰਸਨ ਨੂੰ ਸਾਈਨਸ ਤੋਂ ਸਿੰਪਟਮਸ ਤੋਂ ਜੱਜ ਕਰੂਗਾ। ਉਸ ਤੋਂ ਬਾਅਦ ਲੈਬੋਰਟਰੀ ਟੈਸਟ ਉਸ ਚੀਜ਼ ਦੀ ਪੁਸ਼ਟੀ ਕਰ ਦੇਣਗੇ। ਹੁਣ ਇਹ ਹੁੰਦਾ ਦੇਖੋ ਫਿਜੀਸ਼ੀਅਨ ਨੂੰ ਜਿਹੜਾ ਸਿੰਪਟਮਸ ਨੇ ਉਹ ਕਿੱਦਾਂ ਹੈਲਪ ਕਰਦੇ ਨੇ। ਮੰਨ ਲਓ ਸਿਰ ਦਰਦ ਹੋ ਰਿਹਾ, ਕੋਈ ਵੀ ਪ੍ਰੋਬਲਮ ਹੈ, ਠੀਕ ਹੈ, ਤਾਂ ਉਹ ਕਿਸੇ ਨਾ ਕਿਸੇ ਆਪਣੇ ਬੋਡੀ ਪਾਰਟ ਕਿਸੇ ਟਿਸ਼ੂ ਦੀ ਮਿਸਫੰਕਸ਼ਨਿੰਗ ਜਾਂ ਕਿਸੇ ਤਰੀਕੇ ਕਰਕੇ ਹੋ ਰਹੀ ਹੈ। ਮੰਨ ਲਓ ਉਹਨਾਂ ਨੇ ਕੀ ਕਿਹਾ, ਉਹਨਾਂ ਨੇ ਆਪਣੇ ਸਾਈਨਸ ਦੇਖੇ, ਤਾਂ ਮੰਨ ਲਓ ਉਹਨਾਂ ਨੇ ਦੇਖਿਆ ਵੀ ਆਪਣਾ ਸਟਮਕ ਪੇਨ ਹੋ ਰਿਹਾ, ਠੀਕ ਹੈ, ਢਿੱਡ ਦੇ ਵਿੱਚ ਦਰਦ ਹੋ ਰਿਹਾ, ਤਾਂ ਉਹਨਾਂ ਨੇ ਦੇਖਣਾ ਹੈਗਾ ਵੀ ਇਹ ਫੂਡ ਪੋਇਜ਼ਨਿੰਗ ਕਰਕੇ ਹੈ ਜਾਂ ਕਿਹੜੀ ਚੀਜ਼ ਕਰਕੇ ਹੈ। ਫਿਰ ਉਹਨਾਂ ਨੇ ਉਸ ਚੀਜ਼ ਦਾ ਲੈਬੋਰਟਰੀ ਟੈਸਟ ਲਿਖਣਾ ਹੈ। ਇਹ ਨਹੀਂ ਹੈਗਾ ਵੀ ਉਹਨਾਂ ਨੇ ਪੂਰੀ ਬਾਡੀ ਦਾ ਟੈਸਟ ਲਿਖ ਦੇਣਾ, ਠੀਕ ਹੈ। ਸੋ ਇਹ ਹੈਲਪ ਕਰਦੀ ਹੈ ਫਿਜੀਸ਼ੀਅਨਸ ਨੂੰ ਕਿ ਉਹ ਕਿਹੜੇ ਬਾਡੀ ਪਾਰਟ ਦਾ ਆਪਾਂ ਲੈਬੋਰਟਰੀ ਟੈਸਟ ਮਤਲਬ ਕਿਹੜੀ ਚੀਜ਼ ਦਾ ਲੈਬੋਰਟਰੀ ਟੈਸਟ ਜਾਂ ਕੋਈ ਮਤਲਬ ਕਿ ਐਕਸਰੇ ਜਾਂ MRI ਵਗੈਰਾ ਜੋ ਕੁਛ ਵੀ ਕਰਵਾਵਾਂਗੇ ਆਪਾਂ, ਉਹ ਇੱਕ ਪਾਰਟੀਕੂਲਰ ਔਰਗਨ ਜਾਂ ਇੱਕ ਸਿਸਟਮ ਬਾਰੇ ਦੱਸ ਦੇਣਗੇ ਵੀ ਹਾਂ ਤੁਹਾਨੂੰ ਇਹ ਵਾਲੀ ਡਿਸੀਜ਼ ਹੈ, ਇਸ ਚੀਜ਼ ਦਾ ਟੈਸਟ ਕਰਵਾ ਲਓ, ਨਾ ਕਿ ਪੂਰੀ ਬਾਡੀ ਦਾ, ਜਿਹੜੀ ਕਿ ਮਤਲਬ ਕਿ ਬਹੁਤ ਵੱਡੀ ਪ੍ਰੋਬਲਮ ਕ੍ਰੀਏਟ ਕਰ ਸਕਦਾ। ਜੇ ਕਿਸੇ ਡਾਕਟਰ ਨੂੰ ਨੌਲੇਜ ਨਾ ਹੋਵੇ ਤਾਂ ਉਹ ਇਹ ਕਹਿ ਦੇਵੇ ਕਿ ਪੂਰੀ ਬਾਡੀ ਦਾ ਚੈੱਕਅਪ ਹੋਊਗਾ ਜਾਂ ਪੂਰੀ ਬਾਡੀ ਦਾ ਸਕੈਨਿੰਗ ਹੋਊਗੀ, ਠੀਕ ਹੈ, ਤਾਂ ਉਹ ਬਹੁਤ ਜ਼ਿਆਦਾ ਕੋਸਟਲੀ ਵੀ ਹੋਊਗੀ ਜਿਹਨੂੰ ਹਰ ਇੱਕ ਇਨਸਾਨ ਬੇਅਰ ਨਹੀਂ ਕਰ ਸਕਦਾ, ਠੀਕ ਹੈ। ਸੋ ਇਹ ਚੀਜ਼ ਹੈਲਪ ਕਰਦੀ ਹੈ ਸਾਇੰਸ ਅਤੇ ਸਿੰਪਟਮਸ ਜਿਹੜੇ ਨੇ ਉਹਦੇ ਤੋਂ ਜੱਜਮੈਂਟ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਚੀਜ਼ ਆਪਾਂ ਨੂੰ ਕੋਈ ਪਾਰਟੀਕੂਲਰ ਡਿਸੀਜ਼ ਜਿਹੜੀ ਹੈਗੀ ਉਹ ਕਿਹੜੀ ਹੈ, ਠੀਕ ਹੈ ਬੱਚੇ। ਐਕਿਊਟ ਐਂਡ ਕਰੋਨਿਕ ਡਿਸੀਜ਼ ਹੁੰਦੀਆਂ ਕੀ ਨੇ ਇਹ। ਐਕਿਊਟ ਦਾ ਮਤਲਬ ਛੋਟਾ, ਠੀਕ ਹੈ। ਐਕਿਊਟ ਐਂਗਲਸ ਜਿਵੇਂ ਆਪਾਂ ਮੈਥ ਦੇ ਵਿੱਚ ਪੜ੍ਹਦੇ ਹੁੰਦੇ ਹਾਂ ਲੈਸ ਦੈਨ 90 ਡਿਗਰੀਜ਼, ਠੀਕ ਹੈ। The manifestations of disease will be different depending on a number of factors. Some disease last for only very short periods of time. ਕਾफ़ी ਸਾਰੇ ਫੈਕਟਰਸ 'ਤੇ ਡਿਪੈਂਡ ਕਰਦੀ ਹੈ ਵੀ ਕਿੰਨਾ ਚਿਰ ਕਿੰਨੀ ਲੰਬੀ ਬਿਮਾਰੀ ਚੱਲਦੀ ਹੈ, ਠੀਕ ਹੈ। ਹੁਣ ਕੁਛ ਡਿਸੀਜ਼ ਇੱਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਬਹੁਤ ਛੋਟੇ ਪੀਰੀਅਡ ਮਤਲਬ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਠੀਕ ਹੋ ਜਾਂਦੀਆਂ ਨੇ। ਵੀ ਆਲ ਨੋ ਐਂਡ ਥੀਜ਼ ਆਰ ਕਾਲਡ ਐਕਿਊਟ ਡਿਸੀਜ਼। ਇਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ, ਐਕਿਊਟ ਡਿਸੀਜ਼। ਵੀ ਆਲ ਨੋ ਫਰੋਮ ਐਕਸਪੀਰੀਅੰਸ ਦੈਟ ਦ ਕਾਮਨ ਕੋਲਡ ਲਾਸਟ ਓਨਲੀ ਅ ਫਿਊ ਡੇਜ਼। ਆਪਾਂ ਨੂੰ ਪਤਾ ਹੈ ਜਿਹੜਾ ਕੋਲਡ ਹੁੰਦਾ, ਠੀਕ ਹੈ, ਜ਼ੁਕਾਮ ਖੰਘ ਜ਼ੁਕਾਮ ਹੁੰਦਾ, ਉਹ ਬਹੁਤ ਥੋੜ੍ਹੇ ਦਿਨਾਂ ਦੇ ਵਿੱਚ ਠੀਕ ਹੋ ਜਾਂਦਾ ਆਪਣੇ ਆਪ। ਅਦਰ ਏਲਮੈਂਟਸ ਕੈਨ ਲਾਸਟ ਫॉर ਅ ਲੌਂਗ ਟਾਈਮ ਈਵਨ ਐਜ਼ ਮਚ ਐਜ਼ ਅ ਲਾਈਫ ਟਾਈਮ ਐਂਡ ਆਰ ਕਾਲਡ ਕਰੋਨਿਕ ਡਿਸੀਜ਼। ਕੁਛ ਬਿਮਾਰੀਆਂ ਇੱਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਕਾਫੀ ਟਾਈਮ ਤੋਂ ਬਾਅਦ ਠੀਕ ਹੁੰਦੀਆਂ ਨੇ, ਕੁਛ ਉਮਰ ਭਰ ਠੀਕ ਨਹੀਂ ਹੁੰਦੀਆਂ, ਠੀਕ ਹੈ। ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ, ਸਾਰੀਆਂ ਜਿਹੜਾ ਜ਼ਿਆਦਾ ਟਾਈਮ ਲੈਣਗੀਆਂ ਜਾਂ ਪੂਰੀ ਉਮਰ ਭਰ ਠੀਕ ਨਹੀਂ ਹੋਣਗੀਆਂ, ਉਹ ਚੀਜ਼ਾਂ ਉਹਨਾਂ ਨੂੰ ਆਪਾਂ ਕਿਹਦੇ 'ਚ ਇਨਕਲੂਡ ਕਰਦੇ ਹਾਂ, ਕਰੋਨਿਕ ਡਿਸੀਜ਼। As an example is the infection causing elephantiasis which is very common in some parts of India. Elephantiasis ਕੀ ਹੁੰਦਾ ਵੀ ਆਪਣੇ ਹੱਥਾਂ ਪੈਰਾਂ ਦਾ, ਆਪਣੇ ਬੋਡੀ ਪਾਰਟਸ ਦਾ, ਆਪਣੇ ਔਰਗਨਸ ਦਾ ਸੁੱਜ ਜਾਣਾ, ਠੀਕ ਹੈ। ਬਹੁਤ ਮਤਲਬ ਕਿ ਗਲੈਂਡਸ ਦਾ ਕੀ ਹੁੰਦਾ ਗਾ ਥੋੜ੍ਹਾ ਜਿਹਾ ਇਨਕਰੀਜ਼ ਹੋ ਜਾਣਾ, ਠੀਕ ਹੈ, ਜਿਵੇਂ ਸੋਜਾ ਪਾਣਾ ਇੱਦਾਂ ਦਾ ਕੁਛ ਹੁੰਦਾ, ਠੀਕ ਹੈ। ਸੇਮ ਚੀਜ਼ ਮਤਲਬ ਕਿ ਆਪਣੇ ਗਲੈਂਡਸ ਦੇ ਵਿੱਚ ਥੋੜ੍ਹੀ ਜਿਹੀ ਸੋਜਿਸ਼ ਆ ਜਾਣੀ, ਠੀਕ ਹੈ, ਉਹ ਹੁੰਦੀ ਹੈ ਐਲੀਫੈਂਟੀਸਿਸ। ਅਤੇ ਕਾਫੀ ਸਾਰੇ ਪਾਰਟਸ ਦੇ ਵਿੱਚ ਇੰਡੀਆ ਦੇ ਵਿੱਚ ਇਹ ਕਾਮਨ ਹੈ, ਠੀਕ ਹੈ ਬੱਚੇ। ਹੁਣ ਨੈਕਸਟ ਆਪਾਂ ਪੜ੍ਹਦੇ ਹਾਂ ਕਰੋਨਿਕ ਡਿਸੀਜ਼ਸ ਐਂਡ ਪੂਅਰ ਹੈਲਥ। ਅਕਿਊਟ ਐਂਡ ਕਰੋਨਿਕ ਡਿਸੀਜ਼ ਹੈਵ ਡਿਫਰੈਂਟ ਇਫੈਕਟਸ ਔਨ ਆਰ ਹੈਲਥ। ਦੋਨਾਂ ਬਿਮਾਰੀਆਂ ਦੇ ਕਰੋਨਿਕ ਅਤੇ ਅਕਿਊਟ ਦੇ ਅਲੱਗ-ਅਲੱਗ ਇਫੈਕਟਸ ਹੁੰਦੇ ਨੇ ਆਪਣੀ ਬੋਡੀ ਦੇ ਉੱਤੇ। ਐਨੀ ਡਿਸੀਜ਼ ਦੈਟ ਕਾਜ਼ਸ ਪੂਅਰ ਫੰਕਸ਼ਨਿੰਗ ਆਫ ਸਮ ਪਾਰਟ ਆਫ ਦਾ ਬੋਡੀ ਵਿਲ ਅਫੈਕਟ ਆਰ ਹੈਲਥ। ਕੋਈ ਵੀ ਬਿਮਾਰੀ ਹੈ ਜਿਹੜੀ ਕਿਸੇ ਆਪਣੇ ਬੋਡੀ ਫੰਕਸ਼ਨ ਦੇ ਉੱਤੇ ਅਫੈਕਟ ਕਰੂਗੀ, ਪ੍ਰਭਾਵ ਪਾਊਗੀ, ਉਹ ਆਪਣੀ ਹੈਲਥ ਨੂੰ ਵੀ ਅਫੈਕਟ ਕਰੂਗੀ, ਠੀਕ ਹੈ। ਦਿਸ ਇਜ਼ ਬਿਕੋਜ਼ ਆਲ ਫੰਕਸ਼ਨਸ ਆਫ ਦਾ ਬੋਡੀ ਆਰ ਨੈਸੈਸਿਟੀ ਫॉर ਬੀਇੰਗ ਹੈਲਦੀ। ਕਿਉਂਕਿ ਆਪਣੀ ਬੋਡੀ ਦੇ ਸਾਰੇ ਪਾਰਟਸ ਦਾ ਇਕੁਅਲੀ ਅਤੇ ਵਧੀਆ ਫੰਕਸ਼ਨ ਕਰਨਾ ਆਪਣੀ ਚੰਗੀ ਹੈਲਥ ਵਾਸਤੇ ਬਹੁਤ ਵਧੀਆ ਗੱਲ ਹੈ, ਇਸ ਚੰਗੀ ਹੈਲਥ ਦੀ ਨਿਸ਼ਾਨੀ ਹੈ, ਠੀਕ ਹੈ ਬੱਚੇ। But an acute disease which is over very soon will not have time to cause major effects on general health while a chronic disease will do। ਪਰ ਕਹਿੰਦੇ acute disease ਹੈ ਜਿਹੜੀ ਥੋੜ੍ਹੇ ਸਮੇਂ ਬਾਅਦ ਠੀਕ ਹੋ ਜਾਣੀ ਹੈ, ਉਹਦਾ ਇੰਨਾ ਮਾੜਾ ਪ੍ਰਭਾਵ ਆਪਣੇ ਸਰੀਰ 'ਤੇ ਨਹੀਂ ਪੈਂਦਾ, ਪਰ chronic disease ਆਪਣੇ ਸਰੀਰ ਨੂੰ ਬਹੁਤ ਬੁਰਾ ਪ੍ਰਭਾਵ ਆਪਣੇ ਸਰੀਰ ਦੇ ਉੱਤੇ ਪਾਉਂਦੇ ਨੇ। As an example, think about a cough and cold which all of us have from time to time. Most of us get better and become well within a week or so, but if we get infected with chronic disease such as tuberculosis of the lungs, then being ill over the years does make us lose weight and feel tired all the time। ਹਾਂ, ਹੁਣ ਦੇਖੋ ਕਹਿੰਦੇ ਜੇ ਆਪਾਂ ਨੂੰ ਖਾਂਸੀ ਹੁੰਦੀ ਹੈ, ਠੀਕ ਹੈ, ਖੰਘ ਹੁੰਦੀ ਹੈ, ਤਾਂ ਆਪਾਂ ਕੁਛ ਦਿਨਾਂ ਦੇ ਵਿੱਚ ਨੋਰਮਲ ਦਵਾਈ ਲੈ ਕੇ, ਠੀਕ ਹੈ, ਜਾਂ ਬਿਨਾਂ ਦਵਾਈ ਤੋਂ ਵੀ ਆਪਾਂ ਠੀਕ ਹੋ ਸਕਦੇ ਹਾਂ, ਪ੍ਰੀਕੋਸ਼ਨਸ ਲੈ ਕੇ, ਪਰਹੇਜ਼ ਰੱਖ ਕੇ, ਠੀਕ ਹੈ। ਪਰ ਜੇ ਕਿਸੇ ਪਰਸਨ ਨੂੰ ਟਿਊਬਰਕਲੋਸਿਸ ਹੁੰਦੀ ਹੈ ਜੋ ਕਿ ਲੰਗਸ ਦੀ ਇਨਫੈਕਸ਼ਨ ਹੁੰਦੀ ਹੈ ਜਨਰਲੀ, ਠੀਕ ਹੈ, ਇਨਫੈਕਸ਼ੀਅਸ ਡਿਸੀਜ਼ ਹੈ, ਲੰਗਸ ਦੇ ਵਿੱਚ ਜਨਰਲੀ ਹੁੰਦੀ ਹੈ ਇਹ, ਠੀਕ ਹੈ। ਅੱਛਾ, ਤਾਂ ਕੀ ਹੁੰਦਾ ਉਹ ਚੀਜ਼ ਕਾਫੀ ਸਮਾਂ ਮਤਲਬ ਕਾਫੀ ਸਾਲ ਠੀਕ ਨਹੀਂ ਹੁੰਦਾ, ਕੋਈ ਪਰਸਨ ਬਿਮਾਰ ਰਹਿੰਦਾ ਤਾਂ ਉਹਦਾ ਵੇਟ ਲੂਜ਼ ਹੋ ਜਾਂਦਾ ਅਤੇ ਉਹ ਹਮੇਸ਼ਾ ਥੱਕਿਆ ਮਹਿਸੂਸ ਕਰਨ ਲੱਗਦਾ, ਠੀਕ ਹੈ। ਵੀ ਨੋ
we may not go to school for a few days if we may have an acute disease, but a chronic disease will make it difficult for us to follow what is being taught in school and reduce our ability to learn. ਕਹਿੰਦੇ ਐਕਿਊਟ ਡਿਸੀਜ਼ ਜਿਹੜੀ ਹੁੰਦੀ ਹੈ ਉਹਦੇ ਕਰਕੇ ਆਪਾਂ ਕੁਛ ਦਿਨ ਸਕੂਲ ਨਹੀਂ ਜਾਵਾਂਗੇ, ਉਸ ਤੋਂ ਬਾਅਦ ਫਿਰ ਤੋਂ ਆਪਣਾ ਜਿਹੜਾ ਰੈਗੂਲਰ ਸਕੈਜੂਲ ਹੈ ਉਹਨੂੰ ਆਪਾਂ ਫੋਲੋ ਕਰ ਸਕਦੇ ਹਾਂ। ਪਰ ਜਿਹੜੀਆਂ ਆਪਣੀਆਂ ਕਰੋਨਿਕ ਡਿਸੀਜ਼ਸ ਹੁੰਦੀਆਂ ਨੇ ਉਹ ਆਪਣਾ ਜਿਹੜਾ ਰੈਗੂਲਰ ਸਕੈਜੂਲ ਹੈ, ਠੀਕ ਹੈ, ਉਹਨੂੰ ਆਪਾਂ ਨੂੰ ਫੋਲੋ ਕਰਨ ਤੋਂ ਬਿਲਕੁਲ ਹੀ ਪਰੇ ਕਰ ਸਕਦੀਆਂ ਨੇ। ਮੰਨ ਲਓ ਆਪਾਂ ਉਹਦੇ ਚੱਲਦੇ ਸਕੂਲ ਹੀ ਨਹੀਂ ਜਾ ਸਕਦੇ ਅਤੇ ਆਪਣੀ ਐਬਿਲਿਟੀ ਜਿਹੜੀ ਹੈ ਕੁਛ ਚੀਜ਼ਾਂ ਸਿੱਖਣ ਦੀ, ਲਰਨ ਕਰਨ ਦੀ, ਠੀਕ ਹੈ, ਉਹ ਚੀਜ਼ ਆਪਣੀ ਬਿਲਕੁਲ ਮਤਲਬ ਕਿ ਘੱਟ ਜਾਊਗੀ, ਠੀਕ ਹੈ, ਰਿਡਿਊਸ ਕਰ ਦੂਗੀ। ਇਨ ਅਦਰ ਵਰਡਸ ਵੀ ਆਰ ਲਾਈਕਲੀ ਟੂ ਹੈਵ ਪ੍ਰੋਲੋਂਗਡ ਜਨਰਲ ਪੂਅਰ ਹੈਲਥ। ਮਤਲਬ ਹੋਰ ਸ਼ਬਦਾਂ ਵਿੱਚ ਗੱਲ ਕਰੀਏ ਤਾਂ ਆਪਾਂ ਲੰਬੇ ਸਮੇਂ ਲਈ ਇੱਕ ਪੂਅਰ ਹੈਲਥ ਨੂੰ ਮਤਲਬ ਕਿ ਫੇਸ ਕਰਾਂਗੇ ਇਫ ਵੀ ਹੈਵ ਅ ਕਰੋਨਿਕ ਡਿਸੀਜ਼, ਜੇ ਆਪਾਂ ਨੂੰ ਕਰੋਨਿਕ ਡਿਸੀਜ਼ ਹੋਊਗੀ। ਕਰੋਨਿਕ ਡਿਸੀਜ਼ਸ ਦੇਅਰਫੋਰ ਹੈਵ ਅ ਵੈਰੀ ਡਰਾਸਟਿਕ ਲੌਂਗ ਟਰਮ ਇਫੈਕਟਸ ਔਨ ਪੀਪਲਸ ਹੈਲਥ ਐਜ਼ ਕੰਪੇਅਰ ਟੂ ਐਕਿਊਟ ਡਿਸੀਜ਼। ਜਿਹੜੀਆਂ ਕਰੋਨਿਕ ਡਿਸੀਜ਼ ਦਾ ਹੁੰਦਾ ਹੈ ਉਹਨਾਂ ਦਾ ਲੌਂਗ ਟਰਮ ਇਫੈਕਟ ਹੁੰਦਾ ਹੈ, ਲੰਬੇ ਸਮੇਂ ਲਈ ਪ੍ਰਭਾਵ ਪੈਂਦਾ ਕਿਸੇ ਪਰਸਨ ਦੀ ਹੈਲਥ 'ਤੇ, ਠੀਕ ਹੈ, ਕਾਹਦੇ ਕੰਪੈਰੇਟਿਵ ਐਕਿਊਟ ਡਿਸੀਜ਼ ਜੋ ਕਿ ਬਹੁਤ ਜਲਦੀ ਠੀਕ ਹੋ ਜਾਂਦੀਆਂ ਨੇ। ਨੈਕਸਟ ਹੈਗਾ ਬੱਚੇ ਆਪਣਾ ਕਾਜ਼ਸ ਆਫ ਡਿਸੀਜ਼ਸ। ਵਟ ਕਾਜ਼ਸ ਡਿਸੀਜ਼? ਵੈਨ ਵੀ ਥਿੰਕ ਅਬਾਊਟ ਦਾ ਕਾਜ਼ਸ ਆਫ ਡਿਸੀਜ਼ ਵੀ ਮਸਟ ਰਿਮੈਂਬਰ ਦੈਟ ਦੇਅਰ ਆਰ ਮੈਨੀ ਲੈਵਲਸ ਆਫ ਸੱਚ ਕਾਜ਼ਸ। ਕਿਹੜੇ ਕਿਹੜੇ ਕਾਰਨ ਨੇ ਡਿਸੀਜ਼ ਹੋਣ ਦੇ? ਆਪਾਂ ਕਾਫੀ ਸਾਰੇ ਲੈਵਲਸ ਹੁੰਦੇ ਨੇ, ਠੀਕ ਹੈ, ਕਾਫੀ ਇਹਨਾਂ ਕਾਜ਼ਸ ਦੇ ਵੀ ਕਾਫੀ ਲੈਵਲਸ ਹੁੰਦੇ ਨੇ। ਲੈਟ ਅਸ ਲੁੱਕ ਐਟ ਐਨ ਐਗਜ਼ਾਮਪਲ। ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ। If there is a baby suffering from loose motions, we can say that the cause of loose motion is probably an infection। ਜੇਕਰ ਕਿਸੇ ਬੇਬੀ ਨੂੰ ਲੂਜ਼ ਮੋਸ਼ਨਸ ਹੁੰਦੇ ਨੇ, ਠੀਕ ਹੈ, ਤਾਂ ਆਪਾਂ ਕਹਿ ਸਕਦੇ ਹਾਂ ਕਿ ਉਹਨੂੰ ਇਨਫੈਕਸ਼ਨ ਹੋਈ ਹੋ ਸਕਦੀ ਹੈ, ਠੀਕ ਹੈ। ਬਟ ਦਾ ਨੈਕਸਟ ਕੁਐਸਚਨ ਇਜ਼ ਵੇਅਰ ਡਿਡ ਦਾ ਇਨਫੈਕਸ਼ਨ ਕਮ ਫਰੋਮ। ਪਰ ਅਗਲਾ ਕੁਐਸਚਨ ਕੀ ਹੈ? ਇਨਫੈਕਸ਼ਨ ਹੋਈ ਕਿੱਥੋਂ, ਠੀਕ ਹੈ। ਸਪੋਜ਼ ਵੀ ਫਾਈਂਡ ਦੈਟ ਦਾ ਇਨਫੈਕਸ਼ਨ ਕੇਮ ਥਰੂ ਦਾ ਅਨਕਲੀਨ ਡਰਿੰਕਿੰਗ ਵਾਟਰ। ਜੇ ਆਪਾਂ ਨੂੰ ਪਤਾ ਲੱਗਦਾ ਹੈ ਕਿ ਗੰਦਾ ਪਾਣੀ ਪੀਣ ਵਾਲਾ ਜਿਹੜਾ ਹੈ ਨਾ, ਪੀਣ ਵਾਲਾ ਪਾਣੀ ਸਾਫ਼ ਨਹੀਂ ਸੀ ਜਿਹੜਾ ਪੀ ਲਿਆ ਉਸਨੇ, ਜਿਹਦੀ ਵਜ੍ਹਾ ਕਰਕੇ ਇਨਫੈਕਸ਼ਨ ਹੁੰਦੀ ਹੈ। ਬਟ ਮੈਨੀ ਬੇਬੀਜ਼ ਮਸਟ ਹੈਵ ਹੈਡ ਦਿਸ ਅਨਕਲੀਨ ਡਰਿੰਕਿੰਗ ਵਾਟਰ। ਪਰ ਜਿਹੜਾ ਇਹ ਅਨਕਲੀਨ ਵਾਟਰ ਹੈ, ਜਿਹੜਾ ਸਾਫ਼ ਪਾਣੀ ਨਹੀਂ ਗਾ, ਠੀਕ ਹੈ, ਉਹ ਤਾਂ ਕਾਫੀ ਬੇਬੀਜ਼ ਨੇ ਕੰਜ਼ਿਊਮ ਕੀਤਾ ਹੋਊਗਾ। ਸੋ ਵਾਈ ਇਜ਼ ਇਟ ਦੈਟ ਵਨ ਬੇਬੀ ਡਿਵੈਲਪਡ ਲੂਜ਼ ਮੋਸ਼ਨ ਵੈਨ ਦਾ ਅਦਰ ਬੇਬੀਜ਼ ਡਿਡ ਨੋਟ। ਫਿਰ ਇਹ ਇੱਦਾਂ ਕਿਉਂ ਹੋਇਆ ਕਿ ਸਿਰਫ ਇੱਕ ਬੇਬੀ ਨੂੰ ਲੂਜ਼ ਮੋਸ਼ਨਸ ਲੱਗ ਗਏ, ਠੀਕ ਹੈ, ਅਤੇ ਬਾਕੀ ਬੇਬੀਜ਼ ਮਤਲਬ ਕਿ ਬਿਲਕੁਲ ਹੈਲਦੀ ਰਹੇ, ਉਹਨਾਂ ਨੂੰ ਕੁਛ ਵੀ ਨਹੀਂ ਹੋਇਆ। ਵਨ ਰੀਜ਼ਨ ਮਾਈਟ ਬੀ ਦੈਟ ਦਿਸ ਬੇਬੀ ਇਜ਼ ਨੋਟ ਹੈਲਦੀ। ਇੱਕ ਰੀਜ਼ਨ ਇਹ ਹੋ ਸਕਦਾ ਵੀ ਕਿ ਇਹ ਬੇਬੀ ਜਿਹੜਾ ਬਿਮਾਰ ਹੋਇਆ, ਠੀਕ ਹੈ, ਇਹ ਹੈਲਦੀ ਨਹੀਂ ਸੀ। ਐਜ਼ ਅ ਰਿਜ਼ਲਟ ਇਟ ਮਾਈਟ ਬੀ ਮੋਰ ਲਾਈਕਲੀ ਟੂ ਹੈਵ ਡਿਸੀਜ਼ ਬੈਨ ਐਕਸਪੋਜ਼ਡ ਟੂ ਰਿਸਕ ਵੇਅਰ ਐਜ਼ ਹੈਲਦੀਅਰ ਬੇਬੀਜ਼ ਵੁੱਡ ਨੋਟ। ਸੋ ਇਹਦਾ ਮਤਲਬ ਇਹ ਹੈ ਜੇ ਕੋਈ ਬੇਬੀ ਹੈਲਦੀ ਨਹੀਂ ਹੈਗਾ, ਠੀਕ ਹੈ, ਤਾਂ ਜਦੋਂ ਉਹਨੂੰ ਕਿਸੇ ਰਿਸਕ 'ਤੇ ਐਕਸਪੋਜ਼ ਕਰਦੇ ਆ, ਮੰਨ ਲਓ ਉਹਦੇ ਥੋੜ੍ਹੀ ਬਹੁਤ ਕੇਅਰ ਘੱਟ ਕੀਤੀ ਜਾਂਦੀ ਹੈ ਤਾਂ ਉਹਨੂੰ ਜਲਦੀ ਡਿਸੀਜ਼ ਕੈਚ ਹੁੰਦੀ ਹੈ, ਠੀਕ ਹੈ, ਉਹਨੂੰ ਜਲਦੀ ਡਿਸੀਜ਼ ਲੱਗਦੀ ਹੈ ਕੋਈ ਵੀ। ਪਰ ਹੈਲਦੀਅਰ ਬੇਬੀ ਨਾਲ ਇੱਦਾਂ ਨਹੀਂ ਹੁੰਦਾ। ਵਾਈ ਇਜ਼ ਦਾ ਬੇਬੀ ਨਾਟ ਹੈਲਦੀ? ਬੇਬੀ ਹੈਲਦੀ ਕਿਉਂ ਨਹੀਂ ਸੀ, ਠੀਕ ਹੈ। ਪਰਹੈਪਸ ਬਿਕੋਜ਼ ਇਟ ਇਜ਼ ਨਾਟ ਵੈਲ ਨਰਿਸ਼ਡ ਐਂਡ ਡਜ਼ ਨਾਟ ਗੈਟ ਇਨਫ ਫੂਡ। ਇਹਦਾ ਰੀਜ਼ਨ ਇਹ ਹੋ ਸਕਦਾ ਹੈ ਕਿ ਨਾ ਤਾਂ ਉਹਦੀ ਪ੍ਰੋਪਰ ਕੇਅਰ ਕੀਤੀ ਜਾਂਦੀ ਹੈ, ਪ੍ਰੋਪਰ ਨਰਿਸ਼ਮੈਂਟ ਯਾਨੀ ਕਿ ਪ੍ਰੋਪਰ ਉਹਨੂੰ ਫੂਡ, ਪ੍ਰੋਪਰ ਉਹਦੀ ਬੈਲੈਂਸਡ ਡਾਈਟ, ਠੀਕ ਹੈ, ਪ੍ਰੋਪਰ ਉਹਦਾ ਸੇਫਟੀ ਨਹੀਂ ਰੱਖੀ ਜਾਂਦੀ ਉਹਨੂੰ ਖਾਣਾ ਜਿਹੜਾ ਦੇਣ ਲੱਗੇ। ਜਦੋਂ ਵੀ ਮੰਨ ਲਓ, ਠੀਕ ਹੈ, ਥੋੜ੍ਹੀ ਬਹੁਤ ਵੀ ਉਹਦੀ ਕੇਅਰ ਦੇ ਵਿੱਚ ਕਮੀ ਆਈ ਤਾਂ ਉਹਨੂੰ ਉਦੋਂ ਨਾਲ ਦੀ ਨਾਲ ਉਹਨੂੰ ਕੋਈ ਨਾ ਕੋਈ ਡਿਸੀਜ਼ ਕੈਚ ਕਰ ਜਾਣੀ ਹੈ, ਠੀਕ ਹੈ। ਪਰਹੈਪਸ ਬਿਕੋਜ਼ ਇਟ ਇਜ਼ ਫਰੋਮ ਅ ਹਾਊਸ ਹੋਲਡ ਵਿਚ ਇਜ਼ ਪੂਅਰ। ਇਹਦਾ ਇੱਕ ਰੀਜ਼ਨ ਇਹ ਵੀ ਹੋ ਸਕਦਾ ਹੈ ਵੀ ਜੇਕਰ ਉਹਨੂੰ ਪ੍ਰੋਪਰ ਕੇਅਰ ਨਹੀਂ ਕੀਤੀ ਜਾਂਦੀ, ਉਹਨੂੰ ਪ੍ਰੋਪਰ ਨਰਿਸ਼ਮੈਂਟ ਨਹੀਂ ਮਿਲਦੀ, ਪ੍ਰੋਪਰ ਫੂਡ ਨਹੀਂ ਮਿਲਦਾ, ਤਾਂ ਇਹ ਰੀਜ਼ਨ ਹੋ ਸਕਦਾ ਵੀ ਮੇ ਬੀ ਉਹਦੇ ਜਿਹੜਾ ਘਰ ਹੈ ਜਿਸ ਦਾ ਮਤਲਬ ਉਹ ਬੇਬੀ ਹੈ ਉਹ ਪੂਅਰ ਹੋਣ, ਠੀਕ ਹੈ। It is also possible that the baby has some genetic difference that makes it more likely to suffer from loose motions when exposed to a pathogen। ਪੋਸੀਬਿਲਿਟੀ ਇਹ ਵੀ ਹੋ ਸਕਦੀ ਹੈ ਕਿ ਉਹਦੇ ਵਿੱਚ ਕੁਛ ਜੈਨੇਟਿਕ ਡਿਫਰੈਂਸਿਸ ਕਰਕੇ, ਠੀਕ ਹੈ, ਮਤਲਬ ਕਿ ਉਹ ਥੋੜ੍ਹਾ ਜਿਹਾ ਕਮਜ਼ੋਰ ਹੋਵੇ, ਜਿਹਦੀ ਵਜ੍ਹਾ ਕਰਕੇ ਥੋੜ੍ਹਾ ਜਿਹਾ ਵੀ ਐਕਸਪੋਜ਼ ਹੋਵੇ ਪੈਥੋਜਨਸ ਦੇ ਨੇੜੇ ਤੇੜੇ, ਹੈ ਨਾ। ਪੈਥੋਜਨਸ ਵੀ ਡਿਸੀਜ਼ ਪੈਦਾ ਕਰਨ ਵਾਲੇ ਬੈਕਟੀਰੀਆ ਕਹਿ ਸਕਦੇ ਆਪਾਂ, ਤਾਂ ਉਹਦੀ ਵਜ੍ਹਾ ਕਰਕੇ ਮਤਲਬ ਕੀ ਹੁੰਦਾ ਹੈਗਾ, ਉਹਨੂੰ ਡਿਸੀਜ਼ ਜਾਂ ਕਹਿ ਲਓ ਲੂਜ਼ ਮੋਸ਼ਨ ਲੱਗ ਜਾਂਦੇ ਨੇ। ਵਿਦਾਊਟ ਦਾ ਪੈਥੋਜਨ ਦਾ ਜੈਨੇਟਿਕ ਡਿਫਰੈਂਸ ਔਰ ਦਾ ਪੂਅਰ ਨਰਿਸ਼ਮੈਂਟ ਅਲੋਨ ਵੁੱਡ ਨਾਟ ਲੀਡ ਟੂ ਲੂਜ਼ ਮੋਸ਼ਨਸ। ਕਿਉਂਕਿ ਵਿਦਾਊਟ ਪੈਥੋਜਨਸ, ਬਿਨਾਂ ਪੈਥੋਜਨਸ ਤੋਂ, ਠੀਕ ਹੈ, ਜਿਹੜਾ ਡਿਫਰੈਂਸ ਹੈ ਉਹਨਾਂ ਦਾ ਆਪਣਾ ਜੈਨੇਟਿਕ ਡਿਫਰੈਂਸ ਹੈ, ਠੀਕ ਹੈ, ਅਤੇ ਪੂਅਰ ਨਰਿਸ਼ਮੈਂਟ, ਇਹ ਦੋ ਚੀਜ਼ਾਂ ਇਕੱਲੇ ਮਤਲਬ ਇੱਕ ਚੀਜ਼ ਕੋਈ ਵੀ ਕਿਸੇ ਵੀ ਬੇਬੀ ਨੂੰ ਲੂਜ਼ ਮੋਸ਼ਨ
ਤੱਕ ਨਹੀਂ ਪਹੁੰਚਾ ਸਕਦੀ, ਮਤਲਬ ਇੰਨਾ ਮਾੜੀ ਹਾਲਤ ਨਹੀਂ ਕਰ ਸਕਦੀ ਉਸ ਚੀਜ਼ ਦੀ, ਬਟ ਦੇ ਡੂ ਬਿਕਮ ਕੰਟਰੀਬਿਊਟਰੀ ਕਾਜ਼ਸ ਆਫ ਦਾ ਡਿਸੀਜ਼। ਪਰ ਇਹ ਦੋਨੋਂ ਚੀਜ਼ਾਂ, ਤਿੰਨੇ ਚੀਜ਼ਾਂ ਕੰਟਰੀਬਿਊਟ ਕਰਦੀਆਂ ਨੇ ਥੋੜ੍ਹੀਆਂ ਥੋੜ੍ਹੀਆਂ, ਜਿਹਦੀ ਵਜ੍ਹਾ ਕਰਕੇ ਇਹ ਡਿਸੀਜ਼ ਹੋ ਜਾਂਦੀ ਹੈ। ਵਾਈ ਵਾਜ਼ ਦੇਅਰ ਨੋ ਕਲੀਨ ਡਰਿੰਕਿੰਗ ਵਾਟਰ ਫॉर ਬੇਬੀ? ਪਰਹੈਪਸ ਬਿਕੋਜ਼ ਦ ਪਬਲਿਕ ਸਰਵਿਸਿਜ਼ ਆਰ ਪੂਅਰ ਵੈਨ ਦ ਬੇਬੀਜ਼ ਫੈਮਿਲੀ ਲਿਵਸ ਵੇਅਰ ਦਾ। ਹੋ ਸਕਦਾ ਉੱਥੇ ਪਬਲਿਕ ਸਰਵਿਸਿਜ਼ ਜਿੱਥੇ ਮਤਲਬ ਸਾਫ਼ ਪਾਣੀ ਪਹੁੰਚਾਉਣਾ ਹੋ ਚਾਹੀਦਾ, ਠੀਕ ਹੈ, ਉਹ ਪਬਲਿਕ ਸਰਵਿਸਿਜ਼ ਦੇ ਵਿੱਚ ਆਉਂਦਾ, ਉਹ ਚੰਗੀਆਂ ਨਹੀਂ ਗੀਆਂ ਉੱਥੇ ਜਿੱਥੇ ਕਿ ਬੇਬੀ ਰਹਿ ਰਿਹਾ, ਠੀਕ ਹੈ। ਸੋ ਪੋਵਰਟੀ ਔਰ ਲੈਕ ਆਫ ਪਬਲਿਕ ਸਰਵਿਸਿਜ਼ ਬਿਕਮ ਥਰਡ ਕਾਜ਼ ਆਫ ਦ ਬੇਬੀਜ਼ ਡਿਸੀਜ਼। ਮਤਲਬ ਗਰੀਬੀ ਅਤੇ ਲੈਕ ਆਫ ਪਬਲਿਕ ਸਰਵਿਸਿਜ਼ ਵੀ ਤੀਜਾ ਕਾਜ਼ ਹੈ ਬੇਬੀ ਦੀ ਡਿਸੀਜ਼ ਦਾ। ਇਟ ਵਿਲ ਨਾਓ ਬੀ ਓਬਵੀਅਸ ਦੈਟ ਆਲ ਦ ਡਿਸੀਜ਼ਜ਼ ਵਿਲ ਹੈਵ ਇਮੀਡੀਏਟ ਕਾਜ਼ਸ ਐਂਡ ਕੰਟਰੀਬਿਊਟਰੀ ਕਾਜ਼ਸ। ਬਿਮਾਰੀਆਂ ਦੇ ਲਗਾਤਾਰ, ਮਤਲਬ ਇਮੀਡੀਏਟ ਦਾ ਮਤਲਬ ਇੱਕਦਮ ਹੋਣ ਵਾਲੇ ਕਾਜ਼ਸ, ਠੀਕ ਹੈ। ਕੰਟਰੀਬਿਊਟਰੀ ਮਤਲਬ 3-4 ਚੀਜ਼ਾਂ ਕੰਟਰੀਬਿਊਟ ਕਰਨਗੀਆਂ, ਉਹ ਵਾਲੇ ਕਾਜ਼ਸ। ਆਲਮੋਸਟ ਮੋਸਟ ਡਿਸੀਜ਼ ਵਿਲ ਹੈਵ ਮੈਨੀ ਕਾਜ਼ਸ ਰੈਦਰ ਦੈਨ ਵਨ ਸਿੰਗਲ ਕਾਜ਼। ਜ਼ਿਆਦਾਤਰ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਦੇ ਕਾਫੀ ਸਾਰੇ ਕਾਰਨ ਹੁੰਦੇ ਨੇ, ਕਿਸੇ ਇੱਕ ਰੀਜ਼ਨ ਕਰਕੇ, ਕਿਸੇ ਇੱਕ ਕਾਰਨ ਕਰਕੇ ਕੋਈ ਬਿਮਾਰੀ ਛੇਤੀ ਹੁੰਦੀ ਨਹੀਂ, ਠੀਕ ਹੈ ਬੱਚੇ। ਚਲੋ ਬਾਕੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਦੇ ਹਾਂ।